ਪੰਜਾਬ ਪੁਲਿਸ ਦਾ ਪੇਪਰ ਜਿਹਦੀ ਬਹੁਤ ਦੇਰ ਤੋਂ ਉਡੀਕ ਇਸ ਕਰਕੇ ਵੀ ਸੀ ਕਿ ਇਹੀ ਪੇਪਰ ਪਿਛਲੇ ਸਾਲ ਸਤੰਬਰ ਦੇ ਮਹੀਨਿਆਂ ਦੇ ਵਿੱਚ ਵੀ ਹੋਇਆ ਸੀ ਔਰ ਹੁਣ 1 ਸਾਲ ਹੋ ਚੁੱਕਿਆ ਹੈ ਔਰ 1 ਸਾਲ ਬਾਅਦ ਦੁਬਾਰਾ ਪੇਪਰ ਦੀ ਜਿਹੜੀ ਡੇਟਾਂ ਫਿਕਸ ਹੋਈਆਂ ਨੇ ਉਹ 14 15 ਤੇ 16 14 ਅਕਤੂਬਰ ਨੂੰ 15 ਅਕਤੂਬਰ ਨੂੰ ਤੇ 16 ਅਕਤੂਬਰ ਨੂੰ ਇਹ 3 ਦਿਨਾਂ ਦੇ ਵਿੱਚ ਕਾਂਸਟੇਬਲ ਦਾ ਹੈੱਡ ਕਾਂਸਟੇਬਲ ਦਾ ਔਰ ਐਸਆਈ ਦਾ ਪੇਪਰ ਇਹ ਹੋ ਜਾਣਾ। ਬਹੁਤ ਤਕਦੀਰਾਂ ਇਹਨਾਂ ਤੇ ਡਿਪੈਂਡ ਕਰਦੀਆਂ ਨੇ ਕਿ ਤੁਸੀਂ ਇਹਨਾਂ ਪੇਪਰਾਂ ਦੇ ਵਿੱਚ ਕਿਸ ਤਰੀਕੇ ਦੀ ਮੱਲ ਮਾਰਦੇ ਹੋ ਔਰ ਜੇ ਮੈਂ ਕਹਾਂ ਕਿ 1 ਸਾਲ ਤੁਹਾਨੂੰ ਮਿਲ ਗਿਆ ਤਿਆਰੀ ਕਰਨ ਵਾਸਤੇ ਤਾਂ ਇਹ ਕੋਈ ਵੱਡੀ ਗੱਲ ਨਹੀਂ ਹੋਏਗੀ ਔਰ ਇਸ ਸਮੇਂ ਦੇ ਵਿੱਚ ਤੁਸੀਂ ਬਹੁਤ ਅੱਛੀ ਤਰੀਕੇ ਨਾਲ ਤਿਆਰੀ ਵੀ ਕਰ ਲਿੱਤੀ ਹੋਏਗੀ। ਪਰ ਤੁਹਾਨੂੰ ਬਹੁਤ ਸਾਵਧਾਨੀਆਂ ਵਰਤਣੀਆਂ ਪੈਣੀਆਂ ਨੇ। ਪਿਛਲੇ ਪੇਪਰ ਦੇ ਵਿੱਚ ਬਹੁਤ ਤੁਹਾਨੂੰ ਪਤਾ ਹੀ ਹੈ ਕਿ ਇਰੈਗੂਲੈਰਿਟੀਜ਼ ਹੋਈਆਂ ਸੀਗੀਆਂ, ਨਕਲ ਵੀ ਬਹੁਤ ਚੱਲੀ ਸੀਗੀ ਔਰ ਅਸੀਂ ਦੇਖਦੇ ਹਾਂ ਕਿ ਹਰਿਆਣਾ ਦੇ ਵਿੱਚ ਵੀ ਇਸ ਤਰੀਕੇ ਦਾ ਪੇਪਰ ਉਹ ਵੀ ਕੈਂਸਲ ਵੀ ਹੋ ਕੇ ਵੀ ਕੈਂਸਲ ਹੋ ਚੁੱਕਿਆ ਕਿਉਂਕਿ ਇਹ ਪਤਾ ਲੱਗਿਆ ਕਿ ਉੱਥੇ ਵੀ ਬਹੁਤ ਸਾਰੀ ਰਿਸ਼ਵਤਾਂ ਚੱਲੀਆਂ ਸੀ ਔਰ ਬਹੁਤ ਸਾਰੀਆਂ ਇਰੈਗੂਲੈਰਿਟੀਜ਼ ਹੋਈਆਂ ਸੀ। ਸੋ ਇਸ ਤਰੀਕੇ ਦਾ ਲਿਓਰ ਹੈ, ਇਸ ਤਰੀਕੇ ਦਾ ਇੱਕ ਤਰੀਕੇ ਦਾ ਅਸੀਂ ਕਹਿ ਸਕਦੇ ਹਾਂ ਕਿ ਲਿਓਰ ਹੈ, ਲਾਲਚ ਹੈ ਕਿ ਪੁਲਿਸ ਦੇ ਵਿੱਚ ਭਰਤੀ ਹੋਣ ਵਾਸਤੇ ਬੰਦਾ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਣ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਤੁਹਾਨੂੰ ਜਿਹੜੇ ਸੀਰੀਅਸ ਕੈਂਡੀਡੇਟਸ ਨੇ ਤੁਹਾਨੂੰ ਇਹ ਧਿਆਨ ਰੱਖਣਾ ਪੈਣਾ ਹੈ ਕਿ ਪੇਪਰਾਂ ਦੇ ਵਿੱਚ ਵੀ ਜਿਹੜੀ ਸੀ ਕੋਈ ਗੜਬੜ ਨਾ ਹੋਵੇ। ਇੱਕ ਗੱਲ ਹੋਰ ਚੰਗੀ ਇਹਦੇ ਵਿੱਚ ਇਹ ਹੋ ਰਹੀ ਹੈ ਕਿ ਇੱਕ ਪੋਸਟ ਦਾ ਪੇਪਰ ਇੱਕੋ ਦਿਨ ਹੋ ਰਿਹਾ। ਪਹਿਲਾਂ ਪੇਪਰ ਇਹ 8-8 ਸ਼ਿਫਟਾਂ ਦੇ ਵਿੱਚ ਹੋ ਰਹੇ ਸੀਗੇ ਤਾਂ ਉਹਦੇ ਮੁਤਾਬਕ ਜਿਹੜਾ ਸੀਗਾ ਹੋ ਸਕਦਾ ਸੀ ਕਿਸੇ ਨੂੰ ਪੇਪਰ ਸੌਖਾ ਆਇਆ ਹੋਵੇ, ਕਿਸੇ ਨੂੰ ਔਖਾ ਆਇਆ ਹੋਵੇ, ਪਰ ਹੁਣ ਕਾਂਸਟੇਬਲ ਦਾ ਪੇਪਰ ਇੱਕੋ ਦਿਨ ਤੁਹਾਡਾ ਹੈੱਡ ਕਾਂਸਟੇਬਲ ਦਾ ਪੇਪਰ ਔਰ ਇੱਕੋ ਦਿਨ ਤੁਹਾਡਾ ਜਿਹੜਾ ਸੀ ਐਸਆਈ ਦਾ ਪੇਪਰ ਹੋ ਜਾਣਾ ਹੈ। ਇਸ ਕਰਕੇ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਸਾਰਿਆਂ ਨੂੰ ਬਰਾਬਰ ਦਾ ਮੌਕਾ ਮਿਲੇਗਾ ਪੇਪਰ ਦੇਣ ਦਾ। ਔਰ ਪੈਟਰਨ ਪੇਪਰ ਦਾ ਕੀ ਹੈ ਉਹ ਤੁਸੀਂ ਜਾਣਦੇ ਹੀ ਹੋ, ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਕਿ ਜੇ ਆਪਾਂ ਐਸਆਈ ਦੇ ਪੇਪਰ ਦੀ ਗੱਲ ਕਰੀਏ ਕਿ ਇਹ 400 ਨੰਬਰ ਦੇ 2 ਪੇਪਰ ਹੋਣੇ ਨੇ। ਸੋ ਤਗੜੇ ਹੋ ਕੇ ਪੇਪਰ ਦੇਣ ਲਈ ਜਾਣਾ ਹੈ। ਕਿਉਂਕਿ ਤੁਹਾਡੇ 2 ਪੇਪਰ ਇੱਕੋ ਦਿਨ ਦੇ ਵਿੱਚ ਹੋ ਜਾਣੇ ਨੇ। 2 ਘੰਟੇ ਦਾ ਪੇਪਰ ਪਹਿਲਾਂ ਹੋਏਗਾ ਔਰ ਫਿਰ ਥੋੜੀ ਜਿਹੀ ਬ੍ਰੇਕ ਤੋਂ ਬਾਅਦ 2 ਘੰਟੇ ਦਾ ਪੇਪਰ ਫੇਰ ਹੋਣਾ ਹੈ। ਸੋ ਇਸ ਦੇ ਵਿੱਚ ਇਹ ਨਹੀਂ ਕਿ ਥੱਕ ਗਏ, ਇਸੇ ਕਰਕੇ ਪਹਿਲਾਂ ਤਿਆਰੀ ਬਹੁਤ ਜ਼ਰੂਰੀ ਹੈ ਇਸ ਚੀਜ਼ ਵਾਸਤੇ ਕਿ ਅਸੀਂ ਜਿਹੜਾ ਸੀ ਆਪਣਾ ਸਟੈਮਿਨਾ ਬਣਾ ਕੇ ਦਈਏ ਔਰ ਪੇਪਰ ਦੀ ਤਿਆਰੀ ਚੰਗੇ ਤਰੀਕੇ ਨਾਲ ਕਰੀਏ। ਮੈਨੂੰ ਤੁਹਾਨੂੰ ਪੈਟਰਨ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਪੇਪਰ 1 ਚ ਕੀ ਆਉਣਾ ਤੇ ਪੇਪਰ 2 ਦੇ ਵਿੱਚ ਕੀ ਆਉਣਾ, ਕਿਉਂਕਿ ਇਹਦੇ ਬਾਰੇ ਵੀ ਤੁਸੀਂ ਚੰਗੇ ਤਰੀਕੇ ਨਾਲ ਸੋਚ ਸਮਝ ਕੇ ਤਿਆਰੀ ਕੀਤੀ ਹੋਏਗੀ। ਪਰ ਫੇਰ ਵੀ ਮੈਂ ਦੁਬਾਰਾ ਕਹਿਣਾ ਚਾਹਾਂਗਾ ਤੁਹਾਨੂੰ ਕਿ ਦੇਖੋ ਇਹ 50 ਕੁਐਸਚਨ ਆਣੇ ਨੇ ਜੀਐਸ ਦੇ ਵਿੱਚ ਆਉਣੇ ਨੇ ਔਰ 30 ਕੁਐਸਚਨ ਤੁਹਾਡੇ ਕੁਆਂਟੀਟੀ ਐਪਟੀਟਿਊਡ ਚ ਆਉਣੇ ਨੇ ਔਰ 20 ਕੁਐਸਚਨ ਪੰਜਾਬੀ ਦੇ ਵਿੱਚ ਆਉਣੇ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਨੰਬਰ ਬਹੁਤ ਤਰੀਕੇ ਨਾਲ ਬਹੁਤ ਅੱਛੇ ਨੰਬਰ ਲਿੱਤੇ ਜਾ ਸਕਦੇ। ਜੀਐਸ ਦੇ ਵਿੱਚ ਕਦੇ ਇਹ ਨਾ ਸੋਚੋ ਕਿ ਤੁਹਾਡੇ 100% ਨੰਬਰ ਆ ਜਾਣੇ, ਕਦੇ ਇਹ ਨਾ ਸੋਚੋ ਕਿ 100% ਤੁਹਾਨੂੰ ਜੀਐਸ ਯਾਦ ਹੋ ਜਾਣੀ ਹੈ। ਪਰ ਇਹ ਤੁਹਾਡਾ ਕੁਆਂਟ ਹੋ ਗਿਆ ਤਾਂ ਤੁਹਾਡਾ ਪੰਜਾਬੀ ਵਾਲਾ ਪਾਰਟ ਹੈਗਾ, ਇਹ ਤੁਸੀਂ ਬਹੁਤ ਅੱਛੇ ਤਰੀਕੇ ਨਾਲ ਕਰ ਸਕਦੇ ਹੋ ਤੇ ਪੂਰੇ ਨੰਬਰ ਲੈ ਸਕਦੇ ਹੋ। ਔਰ ਜੀਐਸ ਦੇ ਵਿੱਚ ਖਾਸ ਤੌਰ ਤੇ ਜੇ ਮੈਂ ਗੱਲ ਕਰਾਂ ਤਾਂ ਇਹਦੇ ਵਿੱਚ ਇੱਕ ਸੈਕਸ਼ਨ ਹੈ ਦੈਟ ਇਜ਼ ਕਰੰਟ ਅਫੇਅਰ ਤੇ ਨੈਸ਼ਨਲ ਇੰਟਰਨੈਸ਼ਨਲ ਅਵੇਅਰਨੈਸ ਆਫ ਦਾ ਇਸ਼ੂਜ਼ ਕੰਸਰਨਿੰਗ ਡਾਇਵਰਸਿਟੀ। ਇਹ ਵੀ ਇੱਕ ਬਹੁਤ ਇੰਪੋਰਟੈਂਟ ਪਾਰਟ ਹੈਗਾ। ਫਿਰ ਐਥਿਕਸ ਐਂਡ ਵਲਨਰੇਬਲ ਸੈਕਸ਼ਨ ਆਫ ਸੋਸਾਇਟੀ। ਹੁਣ ਨਾ ਆਪਾਂ ਐਗਜ਼ਾਮ ਦੇ ਨੇੜੇ ਆ ਕੇ ਇਹਨਾਂ ਚੀਜ਼ਾਂ ਨੂੰ ਢੂੰਡਣਾ ਸ਼ੁਰੂ ਕਰ ਦਿੰਦੇ ਹਾਂ ਔਰ ਬਹੁਤ ਸਾਰਾ ਟਾਈਮ ਆਪਾਂ ਇੱਥੇ ਖਰਾਬ ਕਰ ਲੈਂਦੇ ਹਾਂ। ਦੇਖੋ ਇਹਨਾਂ ਦੇ ਉੱਤੇ ਮੈਂ ਤੁਹਾਨੂੰ ਅਲੱਗ ਹੁਣੇ ਥੋੜਾ ਬਾਅਦ ਦੱਸਦਾ ਕਿ ਇਸ ਸੈਕਸ਼ਨ ਦੇ ਬਾਰੇ ਕਿਵੇਂ ਤਿਆਰੀ ਕਰਨੀ ਹੈ। ਪਰ ਪਹਿਲਾਂ ਥੋੜਾ ਜਿਹਾ ਆਪਾਂ ਹੋਰ ਅੱਗੇ ਦੇਖ ਲਈਏ ਕਿ ਜਿਵੇਂ ਮੈਂ ਕਿਹਾ ਕਿ ਕੁਆਂਟ ਇਹਦੇ ਵਿੱਚ ਤੁਹਾਡੀ ਤਿਆਰੀ ਚੰਗੀ ਹੋਣੀ ਚਾਹੀਦੀ, ਤੁਹਾਡੀ ਸਿੰਪਲੀਫਿਕੇਸ਼ਨ ਦੀ ਤਿਆਰੀ ਚੰਗੀ ਹੈ, ਤੁਹਾਡੀ ਮੈਂਟਲ ਐਬਿਲਿਟੀ ਚੰਗੀ ਹੈ, ਤੁਹਾਡੀ ਕੈਲਕੂਲੇਸ਼ਨ ਅੱਛੀ ਹੈ ਤਾਂ ਬਹੁਤ ਆਰਾਮ ਦੇ ਨਾਲ ਪੇਪਰ ਇਹ ਬਹੁਤ ਸੌਖੇ ਤਰੀਕੇ ਨਾਲ ਨਿਕਲ ਸਕਦਾ ਹੈ। ਸਿਮਿਲਰਲੀ ਆਪਾਂ ਲੌਜੀਕਲ ਤੇ ਐਨਾਲਿਟੀਕਲ ਰੀਜ਼ਨਿੰਗ ਐਂਡ ਡਾਟਾ ਇੰਟਰਪ੍ਰੀਟੇਸ਼ਨ DI ਉਹਦੇ ਵਾਸਤੇ ਸਿੰਪਲੀਫਿਕੇਸ਼ਨ ਦਾ ਕਿੰਨੀ ਇੰਪੋਰਟੈਂਸ ਹੈ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ। ਫਿਰ ਡਿਜੀਟਲ ਲਿਟਰੇਸੀ, ਕੰਪਿਊਟਰ ਸੈਕਸ਼ਨ ਔਰ ਫਿਰ ਤੁਹਾਡਾ ਇੰਗਲਿਸ਼ ਵਾਲਾ ਪਾਰਟ ਜਿਹਦੇ ਤੁਹਾਡੀ ਟ੍ਰਾਂਸਲੇਸ਼ਨ ਦਾ ਪਾਰਟ ਵੀ ਆ ਜਾਂਦਾ। ਇਹ ਸਾਰੀਆਂ ਚੀਜ਼ਾਂ ਸੌਖੀਆਂ ਨੇ ਪਰ ਜੇ ਤੁਸੀਂ ਤਿਆਰੀ ਕੀਤੀ ਹੋਵੇ ਚੰਗੇ ਤਰੀਕੇ ਨਾਲ ਔਰ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇਹਦੀ ਤਿਆਰੀ ਕੀਤੀ ਵੀ ਹੋਏਗੀ। ਇਹਦੇ ਨਾਲ ਮੈਂ ਜਿਵੇਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀਗਾ ਕਿ ਜਿਹੜਾ ਸੈਕਸ਼ਨ ਹੈ ਤੁਹਾਡਾ ਔਰ ਉਹਦੇ ਚ ਵਲਨਰੇਬਲ ਸੈਕਸ਼ਨ ਔਰ ਐਥਿਕਸ ਵਾਲਾ ਇਸ਼ੂ ਹੈਗਾ, ਇਹਦੇ ਵਿੱਚ ਬਹੁਤ ਵੱਡੀ ਇੱਕ ਜਿਹੜੀ ਚੀਜ਼ ਆ ਜਾਂਦੀ ਹੈ ਦੈਟ ਇਜ਼ ਮੈਂ ਤੁਹਾਨੂੰ ਕਿਹਾ ਕਿ ਆਪਾਂ ਲੱਭਣਾ ਸ਼ੁਰੂ ਕਰ ਦਿੰਦੇ ਹਾਂ ਕਿ ਇਹ ਤਾਂ ਕਿਤੇ ਹੈ ਹੀ ਨਹੀਂ। ਜੇ ਮੈਂ ਕਰੰਟ ਅਫੇਅਰ ਦੀ ਗੱਲ ਕਰਾਂ ਤਾਂ ਮੈਂ ਤੁਹਾਨੂੰ ਵਿਸ਼ਵਾਸ ਨਾਲ ਕਹਿ ਸਕਦਾ ਕਿ ਆਪਾਂ ਮੈਗਜ਼ੀਨ ਦੀ ਚੰਗੇ ਤਰੀਕੇ ਨਾਲ ਤਿਆਰੀ ਕਰ ਲਈਏ ਤਾਂ ਉਹ ਤੋਂ ਬਾਹਰ ਨਹੀਂ ਜਾਂਦੇ ਫਿਰ ਆਪਾਂ ਕਿਤੇ ਨਾ ਕਿਤੇ।
100% ਕੁਐਸਚਨ ਨਾ ਕਿਸੇ ਨੇ ਕਰਵਾਏ ਨੇ ਅੱਜ ਤੱਕ, ਨਾ ਕਿਸੇ ਨੇ ਕੀਤੇ ਨੇ, ਨਾ ਹੀ ਹੋ ਸਕਦੇ ਨੇ। ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਪਰ ਇਹ ਜ਼ਰੂਰ ਹੈ ਕਿ ਆਪਾਂ 85-90% ਕੁਐਸਚਨ ਬੜੇ ਆਰਾਮ ਨਾਲ ਕਰ ਸਕਦੇ ਹਾਂ ਜੇ ਆਪਾਂ ਕਰੰਟ ਅਫੇਅਰ ਵਾਲਾ ਪਾਰਟ ਜਿਹੜਾ ਸੀਗਾ ਚੰਗੇ ਤਰੀਕੇ ਨਾਲ ਤਿਆਰ ਕੀਤਾ ਹੋਵੇ ਔਰ ਤੁਸੀਂ ਮੈਗਜ਼ੀਨ ਨੂੰ ਚੰਗੇ ਤਰੀਕੇ ਨਾਲ ਪੜ੍ਹਿਆ ਵੀ ਹੋਵੇ ਉਹ। ਪਰ ਜਿਵੇਂ ਹੀ ਉਹਦੇ ਵਿੱਚ ਤਾਂ ਇੱਕ ਪਾਰਟ ਹੈਗਾ ਵਲਨਰੇਬਲ ਸੈਕਸ਼ਨ, ਐਥਿਕਸ ਵਾਲਾ ਪਾਰਟ ਹੈ। ਹੁਣ ਇਹਦੀ ਤਿਆਰੀ ਕਿਵੇਂ ਕਰੀਏ? ਤੁਹਾਨੂੰ ਇਹਦੇ ਬਾਰੇ ਡਰ ਵੀ ਲੱਗਦਾ ਹੋਣਾ ਔਰ ਸੋਚਦੇ ਵੀ ਹੋਗੇ ਕਿ ਇਹਦੇ ਬਾਰੇ ਲੀਗਲ ਇਸ਼ੂਜ਼ ਦੇ ਉੱਤੇ ਲਿਖਿਆ ਕਿ ਲੀਗਲ ਇਸ਼ੂ ਦੀ ਤਿਆਰੀ ਕਿਵੇਂ ਕਰੀਏ। ਨਾਓ ਇਹ ਸਮਾਂ ਨਹੀਂ ਹੈ, ਇਹ ਸਮਾਂ ਨਹੀਂ ਹੈ ਹੁਣ ਨਵੀਆਂ ਚੀਜ਼ਾਂ ਪੜ੍ਹਨ ਦਾ, ਕੱਢਣ ਦਾ ਤੇ ਲੱਭਣ ਦਾ। 5-4 ਇਸ਼ੂਜ਼ ਨੇ ਜਿਹੜੇ ਕਿ ਮੇਰੀ ਨਜ਼ਰ ਦੇ ਵਿੱਚ ਪੈਂਦੇ ਨੇ, ਉਹਨਾਂ ਨੂੰ ਜੇ ਤੁਸੀਂ ਚੰਗੀ ਤਰੀਕੇ ਨਾਲ ਦੇਖ ਲਓ ਔਰ ਉਹਦੇ ਤੇ ਬਹੁਤ ਵੱਡਾ ਟਾਈਮ ਨਹੀਂ ਲਗਾਉਣਾ ਤਾਂ ਉੱਥੇ ਉਮੀਦ ਕਰਦੇ ਆ ਕਿ ਉੱਥੋਂ ਕੁਐਸਚਨ ਕੋਈ ਨਾ ਕੋਈ ਐਗਜ਼ਾਮ ਦੇ ਵਿੱਚ ਆ ਜਾਣਾ ਚਾਹੀਦਾ ਹੈ। ਸੋ ਸੁਪਰੀਮ ਕੋਰਟ ਦੀ ਜਜਮੈਂਟ ਅੱਜ ਤੋਂ ਹਫਤਾ ਪਹਿਲਾਂ ਜਜਮੈਂਟ ਆਈ ਹੈ ਇਹ, ਔਰ ਜਜਮੈਂਟ ਕੀ ਹੈ ਤੁਹਾਡੀ ਇਹ ਕਿ ਔਰਤਾਂ ਨੂੰ ਅਧਿਕਾਰ ਹੈ, ਅਬੋਰਸ਼ਨ ਦਾ ਅਧਿਕਾਰ ਹੈ। ਔਰ ਇਹ ਅਧਿਕਾਰ ਕਿਹਦੇ ਅੰਦਰ ਦਿੱਤਾ ਗਿਆ ਸੀਗਾ? ਇਹ MRTP that is ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਜਿਹੜਾ ਸੀਗਾ ਉਹਦੇ ਵਿੱਚ ਇਹ ਦਿੱਤਾ ਗਿਆ, ਮੈਡੀਕਲ ਰਿਪਰੋਡਕਟਿਵ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਦੇ ਵਿੱਚ ਦਿੱਤਾ ਗਿਆ ਸੀਗਾ ਇਹ। ਉਹਦੇ ਰੂਲਸ ਦੇ ਵਿੱਚ ਲਿਖਿਆ ਗਿਆ ਸੀਗਾ ਕਿ ਇਹ ਅਧਿਕਾਰ ਸਿਰਫ ਮੈਰਿਡ ਔਰਤਾਂ ਵਾਸਤੇ। 1971 ਦਾ ਇਹ ਕਾਨੂੰਨ ਹੈ ਔਰ ਉਹਦੇ ਵਿੱਚ ਇਹ ਲਿਖਿਆ ਗਿਆ ਸੀ ਕਿ ਮੈਰਿਡ ਔਰਤਾਂ ਵਾਸਤੇ ਅਧਿਕਾਰ ਹੈ। ਸੁਪਰੀਮ ਕੋਰਟ ਦੀ ਜਜਮੈਂਟ ਇਹ ਕਹਿੰਦੀ ਆ ਹੁਣ ਇਹ ਕਿ ਦਿਸ ਇਜ਼ ਵਾਇਓਲੇਟਿਵ ਆਫ ਆਰਟੀਕਲ 21 ਕਿ ਇਕੁਐਲਿਟੀ ਦੇ ਅਧਿਕਾਰ ਨੂੰ ਇਹ ਜਿਹੜਾ ਸੀਗਾ ਉਹਦੇ ਖਿਲਾਫ ਹੈਗਾ। ਔਰ ਔਰਤਾਂ, ਸਿੰਗਲ ਮਦਰ, ਸਿੰਗਲ ਵੂਮਨ ਜਿਹੜਾ ਸੀਗਾ ਉਹਨਾਂ ਨੂੰ ਵੀ ਇਹ ਅਧਿਕਾਰ ਹੈ ਕਿ ਉਹ ਆਪਣੀ ਜਿਹੜੀ ਸੀਗੀ ਅਬੋਰਸ਼ਨ ਕਰਵਾ ਸਕਦੀਆਂ ਨੇ। ਸੋ ਵਾਂਸ ਅਗੇਨ ਵਲਨਰੇਬਲ ਸੈਕਸ਼ਨਸ ਦੇ ਵਿੱਚ ਆਪਾਂ ਕਿਹਨੂੰ ਲੈ ਕੇ ਚੱਲਦੇ ਹਾਂ? ਪਹਿਲਾਂ ਤਾਂ ਆਪਾਂ ਇਹ ਸਮਝ ਲਈਏ ਬੱਚਿਆਂ ਨੂੰ, ਚਿਲਡਰਨ। ਫਿਰ ਆਪਾਂ ਚਿਲਡਰਨ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਤੁਹਾਨੂੰ ਇਹ ਵੀ ਪਤਾ ਹੋਣੀ ਚਾਹੀਦੀ ਹੈ। ਐਡੋਲਸੈਂਟ ਦੀ ਡੈਫੀਨੇਸ਼ਨ ਕੀ ਹੁੰਦੀ ਹੈ ਤੁਹਾਨੂੰ ਇਹ ਵੀ ਪਤਾ ਹੋਣੀ ਚਾਹੀਦੀ ਹੈ। ਚਿਲਡਰਨ ਦੀ ਡੈਫੀਨੇਸ਼ਨ ਕੀ ਹੈ ਆਈ ਥਿੰਕ ਤੁਹਾਨੂੰ ਇਹ ਪਤਾ ਹੋਣੀ ਚਾਹੀਦੀ ਹੈ। ਚਾਈਲਡ ਦੀ ਡੈਫੀਨੇਸ਼ਨ ਕੀ ਹੈ, ਫਿਰ ਐਡੋਲਸੈਂਟ ਦੀ ਡੈਫੀਨੇਸ਼ਨ ਕੀ ਹੈ ਇਹ ਪਤਾ ਹੋਣੀ ਚਾਹੀਦੀ ਹੈ। ਫਿਰ ਤੁਹਾਡੀ ਅਡਲਟ ਦੀ ਕੀ ਡੈਫੀਨੇਸ਼ਨ ਹੈ, ਠੀਕ ਹੈ ਜੀ, ਇਹ ਪਤਾ ਹੋਣੀ ਚਾਹੀਦੀ ਹੈ। ਅਡਲਟ ਦੀ ਡੈਫੀਨੇਸ਼ਨ ਗਾਰਡੀਅਨ ਐਕਟ ਦੇ ਵਿੱਚ ਕੀ ਹੈ ਤੇ ਤੁਹਾਡੇ ਸਿਟੀਜ਼ਨਸ਼ਿਪ ਐਕਟ ਦੇ ਵਿੱਚ ਕੀ ਹੈ ਇਹ ਵੀ ਪਤਾ ਹੋਣੀ ਚਾਹੀਦੀ ਹੈ। ਫਿਰ ਜੁਵੇਨਾਈਲ ਐਕਟ ਦੇ ਵਿੱਚ ਅਡਲਟ ਕਿਹਨੂੰ ਕਿਹਾ ਜਾਂਦਾ ਹੈ ਔਰ ਜਿਹੜਾ ਸੀਗਾ ਉਹਦੇ ਵਿੱਚ ਕਿਹਨੂੰ ਮਤਲਬ ਪਨਿਸ਼ਮੈਂਟ ਦਿੱਤੀ ਜਾ ਸਕਦੀ, ਕਿਹਨੂੰ ਨਹੀਂ ਦਿੱਤੀ ਜਾ ਸਕਦੀ। ਨਾਓ ਜੁਵੇਨਾਈਲ ਐਕਟ ਦੇ ਵਿੱਚ ਜਿਹੜਾ ਸੀਗਾ ਉਹ ਵੀ ਇੱਕ ਜਿਹੜੀ ਸੀਗੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਉਹਦੇ ਵਿੱਚ ਕੀ ਡੈਫੀਨੇਸ਼ਨ ਦਿੱਤੀ ਗਈ ਹੈ ਕਿ ਕਿਸ ਤੇ ਕੇਸ ਚੱਲ ਸਕਦਾ, ਕਿਸ ਤੇ ਕੇਸ ਨਹੀਂ ਚੱਲ ਸਕਦਾ। ਸੋ ਇਹ 4-5 ਚੀਜ਼ਾਂ ਨੂੰ ਜੇ ਤੁਸੀਂ ਚੰਗੇ ਤਰੀਕੇ ਨਾਲ ਕਰ ਲਓ ਤਾਂ ਤੁਹਾਨੂੰ ਬਹੁਤ ਲੰਬਾ ਚੌੜਾ ਅੱਗੇ ਨਹੀਂ ਜਾਣਾ ਚਾਹੀਦਾ, ਕਿਉਂਕਿ ਸੁਪਰੀਮ ਕੋਰਟ ਦੀਆਂ ਤਾਂ ਜਜਮੈਂਟ ਜੇ ਆਪਾਂ ਦੇਖਣ ਲੱਗ ਜਾਈਏ ਤਾਂ ਲਾਇਬ੍ਰੇਰੀ ਭਰ ਜਾਣੀ ਹੈ ਇੱਕ, ਔਰ ਇੰਨਾ ਸਮਾਂ ਹੈ ਨਹੀਂ ਕਿ ਤੁਸੀਂ ਹਰ ਇੱਕ ਚੀਜ਼ ਨੂੰ ਦੇਖਣ ਲੱਗ ਜਾਓ। ਸੋ ਇਹ ਲੇਟੈਸਟ ਜਜਮੈਂਟ ਹੈ, ਇਹਦੇ ਉੱਤੇ ਮੈਂ ਉਮੀਦ ਕਰ ਸਕਦਾ ਕੋਈ ਨਾ ਕੋਈ ਕੁਐਸਚਨ ਆਏਗਾ। ਸੋ ਇਹਦੀ ਮੇਨ ਸਾਰ ਕੀ ਹੈ? ਸਿੰਗਲ ਐਂਡ ਅਨਮੈਰਿਡ ਵੂਮਨ ਹੈਜ਼ ਦ ਰਾਈਟ ਟੂ ਅਬੋਰਟ ਅੰਡਰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਐਂਡ ਦ ਰੂਲਸ ਟਿਲ 24 ਵੀਕਸ ਆਫ ਪ੍ਰੈਗਨੈਂਸੀ। ਠੀਕ ਹੈ ਕਿ 24 ਹਫ਼ਤੇ ਦੀ ਪ੍ਰੈਗਨੈਂਸੀ ਤੱਕ ਜਿਹੜਾ ਸੀਗਾ ਇਹ ਅਧਿਕਾਰ ਹੈਗਾ ਕਿ ਜਿਹੜਾ ਸੀਗਾ ਅਬੋਰਸ਼ਨ ਕਰਵਾਈ ਜਾ ਸਕਦੀ ਹੈ। ਔਰ ਹੈ ਕਿਹਨੂੰ? ਇਹ ਸਿੰਗਲ ਤੇ ਅਨਮੈਰਿਡ ਵੂਮਨ ਨੂੰ ਵੀ ਇਹ ਰਾਈਟ ਸੁਪਰੀਮ ਕੋਰਟ ਨੇ ਦੇ ਦਿੱਤਾ ਹੈ। ਠੀਕ ਹੈ ਜੀ। ਸੋ ਦਿਸ ਇਜ਼ ਵਾਂਸ ਅਗੇਨ ਇਹ ਲੈਂਡਮਾਰਕ ਜਜਮੈਂਟ ਜਿਹੜੀ ਆਪਾਂ ਕਹਿੰਦੇ ਹਾਂ ਕਿ ਇਹ, ਔਰ ਡਿਸਟਿੰਕਸ਼ਨ ਬਿਟਵੀਨ ਮੈਰਿਡ ਐਂਡ ਅਨਮੈਰਿਡ ਵੂਮਨ ਇਜ਼ ਅਨਕਨਸਟੀਟਿਊਸ਼ਨਲ। ਸੋ ਇਹ ਚੀਜ਼ਾਂ ਸੁਪਰੀਮ ਕੋਰਟ ਨੇ ਕੀ ਕਹੀਆਂ ਨੇ ਇਹਦੇ ਬਾਰੇ ਤੁਹਾਨੂੰ ਜਿਹੜਾ ਸੀਗਾ ਕੁਐਸਚਨ ਕਿਤੇ ਨਾ ਕਿਤੇ ਆ ਸਕਦਾ, ਪੁੱਛਿਆ ਜਾ ਸਕਦਾ, ਇਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਫਿਰ ਆਪਾਂ ਹੋਰ ਦੇਖਦੇ ਹਾਂ। ਸੋ ਜਿਵੇਂ ਡਿਸਟਿੰਕਸ਼ਨ ਬਿਟਵੀਨ ਮੈਰਿਡ ਐਂਡ ਅਨਮੈਰਿਡ ਵੂਮਨ ਅਨਕਨਸਟੀਟਿਊਸ਼ਨਲ। ਸੋ ਰੂਲ 3BC ਜਿਹੜਾ ਮੈਂ ਤੁਹਾਨੂੰ ਕਿਹਾ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਐਕਟ ਕਿਹੜਾ ਸੀਗਾ, ਉਹਦੇ ਸਿਰਫ ਮੈਰਿਡ ਵਰਡ ਲਿਖਿਆ ਸੀਗਾ ਤਾਂ ਉਹਨਾਂ ਨੇ ਕਹਿ ਦਿੱਤਾ ਕਿ ਡਿਸਟਿੰਕਸ਼ਨ ਬਿਟਵੀਨ ਮੈਰਿਡ ਐਂਡ ਅਨਮੈਰਿਡ ਜਿਹੜੀ ਸੀ ਉਹ ਅਨਕਨਸਟੀਟਿਊਸ਼ਨਲ ਹੈ। ਵੂਮਨ ਹੈਵ autonomy to have free exercise of these rights। ਔਰਤਾਂ ਨੂੰ ਆਪਣੇ ਸਰੀਰ ਦੇ ਉੱਤੇ ਪੂਰਾ ਅਧਿਕਾਰ ਹੈ। ਠੀਕ ਹੈ ਜੀ। ਇਹ ਜਿਹੜੀ ਸੀਗੀ ਇਸ ਜਜਮੈਂਟ ਦੇ ਵਿੱਚੋਂ ਗੱਲ ਨਿਕਲ ਕੇ ਆਉਂਦੀ ਹੈ, ਇਸ ਬਾਰੇ ਪਤਾ ਹੋਣਾ ਚਾਹੀਦਾ। ਪਰ ਇੱਕ ਚੀਜ਼ ਹੋਰ ਬਹੁਤ ਇੰਪੋਰਟੈਂਟ ਹੈ, ਇੱਕ ਜਜਮੈਂਟ ਸੀ ਉਸਨੂੰ ਕਿਹਾ ਜਾਂਦਾ ਰੋ ਵਰਸਸ ਵੇਡ ਜਜਮੈਂਟ। ਰੋ ਵਰਸਸ ਵੇਡ ਜਜਮੈਂਟ, ਰੋ ਵਰਸਸ ਵੇਡ। ਇਹ USA ਦੀ ਸੁਪਰੀਮ ਕੋਰਟ ਦੀ ਜਜਮੈਂਟ ਹੈ ਜਿਹੜੀ ਕਿ 1972 ਦੇ ਵਿੱਚ ਆਈ ਸੀ। 1972 ਦੀ ਗੱਲ ਕਰ ਰਿਹਾ ਮੈਂ। ਔਰ ਉਹਦੇ ਵਿੱਚ ਸੁਪਰੀਮ ਕੋਰਟ USA ਨੇ ਅਧਿਕਾਰ ਦਿੱਤਾ ਸੀਗਾ, ਔਰਤਾਂ ਨੂੰ ਅਬੋਰਸ਼ਨ ਦਾ ਅਧਿਕਾਰ ਦਿੱਤਾ ਸੀਗਾ ਕਿ ਇਟ ਇਜ਼ ਅ ਕਨਸਟੀਟਿਊਸ਼ਨਲ ਰਾਈਟ।
ਅਬੋਰਸ਼ਨ ਇੱਕ ਕਨਸਟੀਟਿਊਸ਼ਨਲ ਰਾਈਟ ਹੈ। ਕਿਉਂ? ਕਿਉਂਕਿ ਉਸ ਤੋਂ ਪਹਿਲਾਂ ਇਹ ਅਧਿਕਾਰ ਨਹੀਂ ਸੀਗਾ, ਲਾਅ ਦੇ ਵਿੱਚ ਅਧਿਕਾਰ ਨਹੀਂ, ਸੁਪਰੀਮ ਕੋਰਟ ਨੇ ਅਧਿਕਾਰ ਦਿੱਤਾ ਸੀਗਾ ਇਹ। ਪਰ ਹੁਣ ਕੀ ਹੋਇਆ, ਇੰਡੀਆ ਦੇ ਵਿੱਚ ਜਿਹੜਾ ਸੀਗਾ ਸਾਡੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਔਰਤਾਂ ਨੂੰ ਅਧਿਕਾਰ ਹੈ। USA ਦੀ ਸੁਪਰੀਮ ਕੋਰਟ ਕਹਿ ਰਹੀ ਹੈ ਕਿ ਜਿਹੜੀ ਆਹ ਜਜਮੈਂਟ ਰੋ ਵਰਸਸ ਵੇਡ 1972 ਦੀ ਹੈਗੀ ਹੈ, ਇਹ ਅਨਕਨਸਟੀਟਿਊਸ਼ਨਲ ਹੈ। ਇਹ ਅਨਕਨਸਟੀਟਿਊਸ਼ਨਲ ਹੈ। ਤੇ ਉਹਨਾਂ ਨੇ ਇਹ ਕਿਹੜੇ ਕੇਸ ਡਿਸਾਈਡ ਕੀਤਾ? ਉਹਨਾਂ ਨੇ ਡਿਸਾਈਡ ਕੀਤਾ ਇਹ ਡੌਬ ਵਰਸਸ ਜੈਕਸਨ ਵੂਮਨਸ ਹੈਲਥ ਆਰਗੇਨਾਈਜੇਸ਼ਨ, ਜਿਹੜੀ ਕਿ 26 ਜੂਨ 2022 ਨੂੰ ਜਜਮੈਂਟ ਆਈ ਹੈ। ਇਹ ਰੀਸੈਂਟ ਜਜਮੈਂਟ ਹੈ ਜੂਨ 2022 ਦੀ, that is Dobbs versus Jackson Women's Health Organization। ਇਸ ਜਜਮੈਂਟ ਦੇ ਬੇਸਿਸ ਤੇ ਉਹਨਾਂ ਨੇ ਕਿਹਾ ਕਿ ਔਰਤਾਂ ਨੂੰ ਜਿਹੜਾ ਸੀਗਾ ਰਾਈਟ ਦਿੱਤਾ ਗਿਆ ਸੀ ਅਬੋਰਸ਼ਨ ਦਾ, ਉਹ ਕਨਸਟੀਟਿਊਸ਼ਨਲ ਰਾਈਟ ਨਹੀਂ ਹੈ। ਠੀਕ ਹੈ ਜੀ। ਸੋ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਇੰਡੀਆ ਦੇ ਵਿੱਚ ਸਾਡੀ ਸੁਪਰੀਮ ਕੋਰਟ ਜਿਹੜੀ ਸੀ ਔਰਤਾਂ ਨੂੰ ਅਧਿਕਾਰ ਦੇ ਰਹੀਆਂ ਨੇ, ਪਰ ਸੁਪਰੀਮ ਕੋਰਟ ਦੀ ਜਜਮੈਂਟ ਜਿਹੜੀ ਸੀ ਉਹ ਉਹਨਾਂ ਨੂੰ ਪਿੱਛੇ ਲੈ ਕੇ ਜਾ ਰਹੀ ਹੈ। ਸੋ ਇਹ ਚੀਜ਼ਾਂ ਕਿ ਜਿੱਥੇ ਫਰਕ ਹੈਗੇ ਨੇ ਕੰਟਰੋਵਰਸ਼ੀਅਲ ਹੋ ਜਾਂਦੇ ਨੇ ਤੇ ਐਗਜ਼ਾਮੀਨਰ ਦੇ ਦਿਮਾਗ 'ਚ ਆਉਂਦਾ ਹੈ ਕਿ ਆਪਾਂ ਨੂੰ ਇਸ ਤਰੀਕੇ ਦੇ ਕੁਐਸਚਨ ਪੁੱਛਣੇ ਚਾਹੀਦੇ ਨੇ। ਫਿਰ ਆਪਾਂ ਦੇਖੀਏ ਟ੍ਰਿਪਲ ਤਲਾਕ ਦੇ ਉੱਤੇ, ਇਹ ਕਿਹੜੀ ਜਜਮੈਂਟ ਸੀਗੀ? ਸ਼ਾਹ ਆਰਾ ਬਾਨੋ ਵਰਸਸ ਯੂਨੀਅਨ ਆਫ ਇੰਡੀਆ ਦੀ ਜਜਮੈਂਟ ਸੀਗੀ, ਜਿਹਦੇ ਵਿੱਚ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਜਿਹੜਾ ਟ੍ਰਿਪਲ ਤਲਾਕ ਹੈ, ਤਲਾਕ-ਏ ਬਿੱਦਤ ਜਿਹੜਾ ਸੀਗਾ ਤੁਹਾਡਾ ਇਹ ਦਿਸ ਇਜ਼ ਅਨਕਨਸਟੀਟਿਊਸ਼ਨਲ, ਕਿਉਂਕਿ 3 ਤਰ੍ਹਾਂ ਦੇ ਤਲਾਕ ਮੁਸਲਿਮ ਪਰਸਨਲ ਲਾਅ ਦੇ ਵਿੱਚ ਆਉਂਦੇ ਨੇ, ਔਰ ਉਹਦੇ ਜਿਹੜਾ ਤਲਾਕ ਹੈ ਜਿਹੜਾ ਕਿ ਐਟ ਵਨ ਟਾਈਮ ਇੱਕੋ ਸਾਹ ਦੇ ਵਿੱਚ ਆਪਾਂ ਤਲਾਕ ਕਹਿ ਦੇਣਾ, ਦੈਟ ਉਹ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਮੁਸਲਿਮ ਲਾਅ ਇਹਦੀ ਇਜਾਜ਼ਤ ਨਹੀਂ ਦਿੰਦਾ, ਇਹ ਜਿਹੜਾ ਸੀਗਾ ਸੰਵਿਧਾਨ ਦੇ ਖਿਲਾਫ ਹੈ। ਤੇ ਇਸ ਕਰਕੇ ਜਿਹੜਾ ਸੀਗਾ ਉਸ ਚੀਜ਼ ਨੂੰ ਉਹਨਾਂ ਨੇ ਕਿਹਾ ਕਿ ਟ੍ਰਿਪਲ ਤਲਾਕ ਜਿਹੜਾ ਸੀਗਾ, ਤਲਾਕ-ਏ ਬਿੱਦਤ ਜਿਹੜਾ ਸੀਗਾ, ਦਿਸ ਇਜ਼ ਅਨਕਨਸਟੀਟਿਊਸ਼ਨਲ। ਪਰ ਔਰ ਉਸੇ ਵਾਸਤੇ ਫਿਰ ਇੰਡੀਅਨ ਪਾਰਲੀਮੈਂਟ ਨੇ ਵੀ 2019 ਦੇ ਵਿੱਚ ਕਾਨੂੰਨ ਬਣਾਇਆ ਸੀਗਾ। ਕੁਐਸਚਨ ਇਹ ਵੀ ਪੁੱਛਿਆ ਜਾ ਸਕਦਾ, ਕਿਹੜਾ ਕਾਨੂੰਨ ਬਣਾਇਆ ਸੀਗਾ? Muslim Women Protection of Rights on Marriage Act, Rights on Marriage Act 2019 ਦਾ ਇਹ ਕਾਨੂੰਨ ਹੈ। ਸੋ ਇਹਦੇ ਬਾਰੇ ਜਿਹੜਾ ਸੀਗਾ ਮਾੜੀ ਮੋਟੀ ਇਨਫੋਰਮੇਸ਼ਨ ਜਿਹੜੀ ਸੀਗੀ ਤੁਹਾਨੂੰ ਇਹ ਵੀ ਹੋਣੀ ਚਾਹੀਦੀ ਹੈ ਕਿ ਇਹ ਜਿਹੜੀ ਜਜਮੈਂਟ ਸ਼ਾਹ ਆਰਾ ਬਾਨੋ ਵਾਲੀ ਹੈ, ਉਹ that was reiterated in this law ਜਿਹੜਾ ਕਿ 2019 ਦੇ ਵਿੱਚ ਪਾਸ ਹੋਇਆ ਸੀਗਾ। ਇਹਦੇ ਵਿੱਚ 1-2 ਕੰਡੀਸ਼ਨਸ ਹੈਗੀਆਂ ਨੇ ਕਿ ਜੇ ਕੋਈ ਇਸ ਤਰ੍ਹਾਂ ਦਾ ਤਲਾਕ ਦਿੰਦਾ ਹੈ ਤਾਂ ਉਹਨੂੰ ਜੇਲ੍ਹ ਵੀ ਹੋ ਸਕਦੀ ਹੈ ਔਰ ਉਸਨੂੰ ਜਿਹੜਾ ਸੀਗਾ ਹਰਜਾਨਾ ਵੀ ਭਰਨਾ ਪੈ ਸਕਦਾ ਹੈ। ਉਹਦੇ ਬਾਰੇ ਵੀ ਤੁਸੀਂ ਜਿਹੜਾ ਸੀਗਾ ਥੋੜਾ ਜਿਹਾ ਜਾਣਕਾਰੀ ਲੈ ਲੈਣਾ। ਸਿਮਿਲਰਲੀ ਆਰਟੀਕਲ 377 ਜਿਹੜਾ ਸੀਗਾ, ਜਿਹੜਾ ਕਿ IPC ਦਾ ਉਹ ਵੀ ਜਿਹੜਾ ਸੀਗਾ, ਇਹਦੇ ਬਾਰੇ ਵੀ ਤੁਹਾਨੂੰ ਥੋੜੀ ਬਹੁਤੀ ਇਨਫੋਰਮੇਸ਼ਨ ਜਿਹੜੀ ਸੀਗੀ, ਜਿਹੜਾ ਕਿ ਨਵਤੇਜ ਸਿੰਘ ਜੌਹਰ ਵਰਸਸ ਯੂਨੀਅਨ ਆਫ ਇੰਡੀਆ ਦਾ ਕੇਸ ਸੀਗਾ, ਇਹਦੇ ਬਾਰੇ ਵੀ ਜਿਹੜਾ ਸੀਗਾ ਥੋੜੀ ਬਹੁਤੀ ਇਨਫੋਰਮੇਸ਼ਨ ਆਪਣੇ ਕੋਲ ਰੱਖਣੀ ਚਾਹੀਦੀ ਹੈ। ਇਸ ਤਰੀਕੇ ਦੀਆਂ 2-4 ਜਜਮੈਂਟ ਮੈਂ ਵਨਸ ਅਗੇਨ ਫਿਰ ਉਹੀ ਕਹੂੰਗਾ ਕਿ ਬਹੁਤ ਸਾਰਾ ਇਸ ਵੇਲੇ ਪੜ੍ਹਨ ਦਾ ਟਾਈਮ ਨਹੀਂ, ਜਿੰਨਾ ਕੁਝ ਤੁਸੀਂ ਤਿਆਰੀ ਕੀਤੀ ਹੋਈ ਹੈ ਉਸੇ ਚੀਜ਼ ਨੂੰ ਰੀਇਨਫੋਰਸ ਕਰਨਾ ਹੈ ਇਸ ਵੇਲੇ ਤੁਸੀਂ, ਔਰ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਤੁਹਾਡੇ ਸਟੈਟਿਕ ਸਬਜੈਕਟ ਨੇ, ਜਿਵੇਂ ਤੁਹਾਡਾ ਕੁਆਂਟਸ ਹੋ ਗਿਆ, ਰੀਜ਼ਨਿੰਗ ਹੋ ਗਿਆ, ਇੰਗਲਿਸ਼ ਹੋ ਗਿਆ, ਪੰਜਾਬੀ ਹੋ ਗਿਆ, ਕੰਪਿਊਟਰ ਹੋ ਗਿਆ, DI ਹੋ ਗਈ, ਉਹਦੀ ਚੰਗੇ ਤਰੀਕੇ ਨਾਲ ਤਿਆਰੀ ਕਰ ਲਓ, ਕਿਉਂਕਿ ਉੱਥੋਂ ਨੰਬਰ ਤੁਹਾਡੇ ਪੂਰੇ ਆਉਣੇ ਚਾਹੀਦੇ ਨੇ, ਕਿਉਂਕਿ ਉੱਥੇ ਗਲਤੀ ਨਹੀਂ ਹੋਣੀ ਚਾਹੀਦੀ। ਔਰ GS ਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੁਣ ਲਾਸਟ ਟਾਈਮ ਉਹਨਾਂ ਨੇ ਪੁੱਛ ਲਿਆ ਸੀਗਾ ਕਿ ਪੈਪੀਲੋਨ ਨਾਵਲ ਕਿਹਦਾ ਲਿਖਿਆ ਹੋਇਆ। ਹੁਣ ਇਟ ਬਿਕਮਸ ਵੈਰੀ ਡਿਫਿਕਲਟ ਟੂ ਅੰਡਰਸਟੈਂਡ ਜਾਂ ਯਾਦ ਰੱਖਣਾ ਕਿ ਪੁਰਾਣੇ ਪਤਾ ਨਹੀਂ ਕਿੰਨੇ ਨਾਵਲ ਚੱਕ ਕੇ ਜਿਹੜਾ ਸੀਗਾ ਉਹਦੇ ਚੋਂ ਕਿਹੜੇ ਦੇ ਚੋਂ ਤੁਹਾਨੂੰ ਕੁਐਸਚਨ ਪੁੱਛ ਲਿੱਤਾ ਜਾਏਗਾ। ਸੋ ਇਸ ਤਰੀਕੇ ਨਾਲ ਆਪਾਂ ਉਹਨਾਂ ਚੀਜ਼ਾਂ ਨੂੰ ਨਹੀਂ ਛੇੜਦੇ, ਪਰ ਫਿਰ ਵੀ GS ਮੈਨੂੰ ਖਿਆਲ ਹੈ ਪੂਰਾ ਕਿ ਤੁਸੀਂ ਪੋਲਿਟੀ ਹਿਸਟਰੀ ਵਗੈਰਾ ਚੰਗੇ ਤਰੀਕੇ ਨਾਲ ਕਰ ਲਈ ਹੋਏਗੀ ਔਰ ਉੱਥੋਂ ਵਾਸਤੇ ਤੁਹਾਡੀ ਤਿਆਰੀ ਹੋਏਗੀ। ਪਰ ਜੇ ਦੁਬਾਰਾ ਫਿਰ ਮੈਂ ਕਹਾਂਗਾ ਕਿ ਇਹਨਾਂ ਚੀਜ਼ਾਂ ਦੀ ਤਿਆਰੀ ਰੱਖੋ, ਜਿਹੜੇ ਕਿ ਬਾਕੀ ਸਬਜੈਕਟ ਹੈਗੇ ਨੇ ਉੱਥੋਂ ਨੰਬਰ ਤੁਸੀਂ ਜ਼ਿਆਦਾ ਲੈਣੇ ਨੇ। ਇਹਨਾਂ ਦੇ ਨਾਲ ਹੀ ਹੁਣ ਬਾਕੀ ਦੇ ਪੇਪਰ ਵੀ ਹੋਰ ਡੇਟਾ ਆਲਮੋਸਟ ਅਨਾਉਂਸਡ ਨੇ, ਪਹਿਲਾਂ ਠੰਡੇ ਦਿਮਾਗ ਨਾਲ ਇਹ ਵਾਲਾ ਪੇਪਰ ਦੇ ਲਓ, ਜਿਹੜੇ 3 ਪੇਪਰ ਤੁਹਾਡੇ ਸਾਹਮਣੇ ਖੜੇ ਨੇ। ਫਿਰ ਆਪਾਂ ਇਹ ਵੀ ਦੇਖਾਂਗੇ ਕਿ ਬਾਕੀ ਪੇਪਰ, ਜਿਵੇਂ ਹੁਣ ਕੋਆਪਰੇਟਿਵ ਦਾ ਇੰਸਪੈਕਟਰ ਦਾ ਪੇਪਰ ਹੋਇਆ ਸੀਗਾ, ਫਿਰ ਉਸ ਤੋਂ ਪਹਿਲਾਂ ਤੁਹਾਡੇ ਨਾਇਬ ਦਾ ਪੇਪਰ ਹੋਇਆ ਸੀਗਾ, ਉੱਥੇ ਕੁਐਸਚਨ ਦਾ ਲੈਵਲ ਥੋੜਾ ਜਿਹਾ ਡਿਫਰੈਂਟ ਆ ਜਾਂਦਾ ਹੈ। ਉਹਨਾਂ ਪੇਪਰਾਂ ਨੂੰ ਕਿਵੇਂ ਅਟੈਂਪਟ ਕਰਨਾ ਹੈ ਉਹਦੇ ਬਾਰੇ ਗੱਲ ਕਰਾਂਗੇ। ਪਰ ਮੈਂ ਇਹ ਪੇਪਰ ਦੇਖ ਰਿਹਾ ਸੀ SI ਵਾਲਾ, ਸਿੱਧੇ ਸਟੇਟਮੈਂਟ ਬੇਸਡ ਕੁਐਸਚਨ ਨੇ ਤੁਹਾਡੇ, ਇਹਨਾਂ ਦੇ ਵਿੱਚ ਕੋਈ ਲੰਬਾ ਚੌੜਾ ਲਗਾਵ ਨਹੀਂ। ਸੋ ਇਹ ਕੁਐਸਚਨ ਬੜੇ ਆਰਾਮ ਦੇ ਨਾਲ ਤੁਸੀਂ ਕਰ ਸਕਦੇ ਹੋ। ਸੋ ਮੈਨੂੰ ਉਮੀਦ ਹੈ ਕਿ ਤੁਸੀਂ ਤਿਆਰੀ ਕਰਕੇ ਚੰਗੇ ਤਰੀਕੇ ਨਾਲ ਇਹ ਪੇਪਰ ਕਰਕੇ ਆਓਗੇ।
ਤੁਹਾਨੂੰ ਕੋਈ ਸੁਝਾਅ ਚਾਹੀਦੇ ਹੋਏ ਜਾਂ ਕੋਈ ਤੁਹਾਡੀ ਕੁਐਰੀ ਹੋਵੇ ਲਿਖ ਕੇ ਭੇਜੋ, ਅਸੀਂ ਉਹਨਾਂ ਦੇ ਜਵਾਬ ਤੁਹਾਨੂੰ ਦਿਆਂਗੇ। ਸ਼ੁਕਰੀਆ ਔਰ ਤੁਹਾਨੂੰ once again we wish you all the best in your life।